ਹਾਂਜੀ ਕਿਵੇਂ ਦੋਸਤੋ, ਮੈਂ ਤੁਹਾਡਾ ਸਿਮਾ ਇੱਕ ਵਾਰੀ ਫਿਰ ਹਾਜ਼ਰ ਹਾਂ ਪੰਜਾਬੀ ਸਾਹਿਤ ਬੁੱਕ ਵਿੱਚ ਇੱਕ ਨਵੀਂ ਕਹਾਣੀ ਲੈ ਕੇ। ਅੱਜ ਆਪਾਂ ਇਕਬਾਲ ਸਿੰਘ ਭੱਟੀ ਦੀ ਲਿਖੀ ਕਿਤਾਬ ਤਾਣਾ ਬਾਣਾ ਵਿੱਚੋਂ ਆਈਸਕ੍ਰੀਮ ਕੌਣ ਕਹਾਣੀ ਪੜ੍ਹਾਂਗੇ। ਚਲੋ ਹੁਣ ਕਹਾਣੀ ਸ਼ੁਰੂ ਕਰਦੇ ਹਾਂ। ਗਰਮੀਆਂ ਦੇ ਵਿੱਚ ਠੰਡਾ ਖਾਣਾ, ਠੰਡੇ ਪਾਣੀ ਨਾਲ ਨਹਾਉਣਾ, ਠੰਡੇ ਸਾਫਟ ਡਰਿੰਕ ਪੀਣਾ ਜਾਂ ਠੰਡੀ ਠਾਰ ਕੁਲਫੀ ਆਈਸਕ੍ਰੀਮ ਵਗੈਰਾ ਖਾਣਾ ਸਭ ਨੂੰ ਪਸੰਦ ਹੁੰਦਾ ਹੈ। ਮਨਰਾਜ ਗਰਮੀਆਂ ਵਿੱਚ ਮਟਕਾ ਕੁਲਫੀ ਆਈਸਕ੍ਰੀਮ ਜਾਂ ਸੌਫਟੀ ਤਾਂ ਬਹੁਤ ਖਾਂਦੀ ਸੀ, ਪਰ ਸਰਦੀਆਂ ਵਿੱਚ ਵੀ ਖਾਸ ਤੌਰ 'ਤੇ ਜਦੋਂ ਦਸੰਬਰ ਦੇ ਮਹੀਨੇ ਵਿੱਚ ਧੁੰਦ ਪੈਂਦੀ ਤਾਂ ਮਨਰਾਜ ਦੀ ਮੰਗ ਹੁੰਦੀ ਸੀ ਕਿ ਉਸਨੂੰ ਆਈਸਕ੍ਰੀਮ ਲਿਆ ਕੇ ਦਿੱਤੀ ਜਾਵੇ। ਸਭ ਉਸਦੀ ਇਸ ਅਜੀਬ ਜਿਹੀ ਡਿਮਾਂਡ ਤੋਂ ਤੰਗ ਆਉਂਦੇ ਸਨ। ਸਿਰਫ ਉਸਦੇ ਪਾਪਾ ਹੀ ਉਸਨੂੰ ਉਸ ਵੇਲੇ ਆਪਣੀ ਮੋਟਰਸਾਈਕਲ 'ਤੇ ਬਿਠਾ ਕੇ ਬਾਜ਼ਾਰ ਲੈ ਜਾਂਦੇ ਅਤੇ ਆਈਸਕ੍ਰੀਮ ਖਵਾ ਕੇ ਵਾਪਸ ਘਰ ਲੈ ਆਉਂਦੇ। ਸਰਦੀਆਂ ਦੌਰਾਨ ਜੇਕਰ ਕਦੇ ਮਨਰਾਜ ਥੋੜ੍ਹਾ ਬਹੁਤਾ ਬਿਮਾਰ ਹੋ ਜਾਂਦੀ ਤਾਂ ਪਾਪਾ ਤੋਂ ਸਿਵਾਏ ਕਿਸੇ ਨੂੰ ਨਾ ਦੱਸਦੀ, ਕਿਉਂਕਿ ਪਤਾ ਸੀ ਸਾਰਾ ਕਸੂਰ ਆਈਸਕ੍ਰੀਮ ਦਾ ਨਿਕਲਣਾ ਤੇ ਦੋਸ਼ੀ ਆਈਸਕ੍ਰੀਮ ਖਵਾਉਣ ਵਾਲੇ ਨੇ ਬਣ ਜਾਣਾ। ਆਈਸਕ੍ਰੀਮ ਲਈ ਮਨਰਾਜ ਦਾ ਪਾਗਲਪਨ ਘਰ ਵਿੱਚ ਨਹੀਂ, ਬਲਕਿ ਜਿਵੇਂ ਜਿਵੇਂ ਉਹ ਵੱਡੀ ਹੋਈ ਉਸਦੇ ਕਾਲਜ ਵਿੱਚ ਵੀ ਸਭ ਨੂੰ ਪਤਾ ਲੱਗ ਚੁੱਕਿਆ ਸੀ। 22 ਵਰ੍ਹਿਆਂ ਦੀ ਮਨਰਾਜ ਦੀ ਜ਼ਿੰਦਗੀ ਵਿੱਚ ਆਈਸਕ੍ਰੀਮ ਨਾਲ ਜੁੜੇ ਸੈਂਕੜੇ ਦਿਲਚਸਪ ਕਿੱਸੇ ਸਨ ਜੋ ਉਹ ਹਰ ਕਿਸੇ ਨੂੰ ਦੱਸ ਵੀ ਦਿੰਦੀ ਸੀ ਅਤੇ ਬਚਪਨ ਦੇ ਪਲਾਂ ਨੂੰ ਯਾਦ ਕਰਕੇ ਭਾਵੁਕ ਵੀ ਹੋ ਜਾਂਦੀ ਸੀ। ਤੇ ਜੇਕਰ ਬਚਪਨ ਜ਼ਿਆਦਾ ਚੇਤੇ ਆਉਂਦਾ ਤਾਂ ਆਈਸਕ੍ਰੀਮ ਖਾਣ ਲਈ ਕਿਸੇ ਦੁਕਾਨ ਤੇ ਚਲੀ ਜਾਂਦੀ ਤੇ ਕਹਿ ਦਿੰਦੀ, ਮੈਂ ਸਿਰਫ ਆਈਸਕ੍ਰੀਮ ਖਾਣ ਨਹੀਂ ਆਈ, ਮੈਂ ਤਾਂ ਆਪਣਾ ਬਚਪਨ ਜਿਉਣ ਆਈ ਹਾਂ। ਜਿਸ ਕਾਲਜ ਵਿੱਚ ਮਨਰਾਜ ਪੜ੍ਹਾਈ ਕਰਦੀ ਸੀ ਉਸੇ ਕਾਲਜ ਵਿੱਚ ਹੀ ਗੁਰਤੇਜ, ਜੋ ਉਸਦਾ ਹਮਜਮਾਤੀ ਵੀ ਸੀ ਤੇ ਸ਼ਾਇਦ ਕੁਝ ਹੋਰ ਵੀ ਉਸਦੇ ਨਾਲ ਹੀ ਪੜ੍ਹਦਾ ਸੀ। ਗੁਰਤੇਜ ਤੇ ਮਨਰਾਜ ਦੀ ਕੈਮਿਸਟਰੀ ਵੀ ਕੁਝ ਆਈਸਕ੍ਰੀਮ ਵਰਗੀ ਹੀ ਸੀ, ਇੱਕਦਮ ਠੰਡੀ ਅਤੇ ਮਨਰਾਜ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨ ਵਾਲੀ। ਆਈਸਕ੍ਰੀਮ ਤੋਂ ਬਾਅਦ ਜੇਕਰ ਮਨਰਾਜ ਨੂੰ ਕੋਈ ਚੀਜ਼ ਸਭ ਤੋਂ ਪਸੰਦ ਸੀ ਤਾਂ ਉਹ ਸੀ ਗੁਰਤੇਜ। ਗੁਰਤੇਜ ਤੇ ਮਨਰਾਜ ਸਾਰੀ ਰਾਤ ਮੋਬਾਈਲ ਤੇ ਚੈਟਿੰਗ ਕਰਦੇ ਰਹਿੰਦੇ। ਕਾਲਜ ਵਿੱਚ ਵੀ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ। ਨਾ ਤਾਂ ਦੋਹਾਂ ਦੀਆਂ ਗੱਲਾਂ ਕਦੇ ਮੁੱਕੀਆਂ ਸੀ ਤੇ ਨਾ ਹੀ ਕਦੇ ਸੁਪਨੇ। ਆਪਣੇ ਕਾਲਜ ਵਿੱਚ ਪੜ੍ਹਾਈ ਪੱਖੋਂ ਵੀ ਦੋਹੇ ਬਹੁਤ ਹੁਸ਼ਿਆਰ ਸਨ। ਆਪਣੀ ਜ਼ਿੰਦਗੀ ਨੂੰ ਇੱਕ ਦੂਜੇ ਨਾਲ ਸ਼ੁਰੂ ਕਰਨ ਦਾ ਖਿਆਲ ਭਾਵੇਂ ਆਉਂਦਾ ਸੀ, ਪਰ ਮਨਰਾਜ ਕਹਿੰਦੀ ਹੁੰਦੀ ਸੀ ਕਿ ਜ਼ਿੰਦਗੀ ਤਾਂ ਅਸੀਂ ਦੋਵੇਂ ਸ਼ੁਰੂ ਕਰ ਚੁੱਕੇ ਹਾਂ, ਹੁਣ ਤਾਂ ਬਸ ਦੇਖੇ ਹੋਏ ਸੁਪਨੇ ਸੱਚ ਕਰਨੇ ਨੇ। ਭਾਵੇਂ ਕਿ ਦੋਹਾਂ ਦੇ ਰਿਸ਼ਤੇ ਬਾਰੇ ਦੋਹਾਂ ਦੇ ਘਰ ਵਿੱਚ ਕਿਸੇ ਨੂੰ ਕੁਝ ਨਹੀਂ ਸੀ ਪਤਾ। ਮਨਰਾਜ ਦਾ ਮੋਬਾਈਲ ਵੀ ਬਿਨਾਂ ਕਿਸੇ ਪਾਸਵਰਡ ਤੋਂ ਹੁੰਦਾ ਸੀ। ਘਰ ਦੇ ਵਿੱਚ ਕੋਈ ਵੀ ਉਸਦਾ ਫੋਨ ਫੜ ਸਕਦਾ ਸੀ, ਪਰ ਕਦੇ ਕਿਸੇ ਨੇ ਮਨਰਾਜ ਤੇ ਕਿਸੇ ਵੀ ਕਿਸਮ ਦਾ ਸ਼ੱਕ ਨਹੀਂ ਕੀਤਾ। ਸਾਰਾ ਪਰਿਵਾਰ ਇੱਕ ਦੂਜੇ ਨਾਲ ਫਰੈਂਕ ਸੀ ਅਤੇ ਆਪਸ ਵਿੱਚ ਸਭ ਦਾ ਵਿਵਹਾਰ ਪੂਰੀ ਤਰ੍ਹਾਂ ਦੋਸਤਾਨਾ ਸੀ। ਬੱਚਿਆਂ ਨੂੰ ਮਾਤਾ ਪਿਤਾ ਨੇ ਦੋਸਤਾਂ ਵਾਂਗ ਰੱਖਿਆ ਸੀ ਅਤੇ ਹਰ ਵਿਸ਼ੇ ਤੇ ਇੱਕ ਦੂਜੇ ਦੀ ਰਾਏ ਮੰਗੀ ਜਾਂਦੀ ਸੀ ਅਤੇ ਪੂਰੇ ਪਰਿਵਾਰ ਨੂੰ ਭਰੋਸੇ ਵਿੱਚ ਲੈ ਕੇ ਹੀ ਇਸ ਘਰ ਵਿੱਚ ਹਰ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਸਨ ਅਤੇ ਕਾਰ ਵਿਵਹਾਰ ਕੀਤੇ ਜਾਂਦੇ ਸਨ। ਪਰ ਫਿਰ ਵੀ ਇੱਕ ਅਣਚਾਹੇ ਜਿਹੇ ਡਰ ਕਾਰਨ ਗੁਰਤੇਜ ਨੇ ਮਨਰਾਜ ਨੂੰ ਚੁਕੰਨਾ ਰਹਿਣ ਲਈ ਕਿਹਾ ਹੋਇਆ ਸੀ ਕਿ ਜਦ ਕਦੇ ਵੀ ਤੇਰੇ ਵੱਲੋਂ ਜਾਂ ਮੇਰੇ ਵੱਲੋਂ ਮੋਬਾਈਲ ਤੇ ਕੋਈ ਵੀ ਮੈਸੇਜ ਆਵੇ ਤਾਂ ਮੈਂ ਇੱਕ ਸਵਾਲੀਆ ਨਿਸ਼ਾਨ ਨਾਲ ਮੈਸੇਜ ਭੇਜਾਂਗਾ ਜਿਸ ਵਿੱਚ 2 ਹੀ ਅੱਖਰ ਹੋਣਗੇ, ਆਈਸਕ੍ਰੀਮ ਕੌਣ। ਤਾਂ ਤੂੰ ਜਵਾਬ ਵਿੱਚ ਭੇਜਣਾ, ਗੁਰੀ ਦੀ ਜਾਨ, ਤਾਂ ਕਿ ਮੈਨੂੰ ਇਲਮ ਹੋ ਜਾਵੇ ਮੋਬਾਈਲ ਫੋਨ ਤੇਰੇ ਹੱਥ ਵਿੱਚ ਹੀ ਹੈ। ਮਨਰਾਜ ਗੁਰਤੇਜ ਦੇ ਨਿੱਕੇ ਨੇਮ ਗੁਰੀ ਨਾਲ ਹੀ ਉਸਨੂੰ ਬੁਲਾਉਂਦੀ ਸੀ। ਇਹ ਸਿਲਸਿਲਾ ਲੰਬੇ ਸਮੇਂ ਤੱਕ ਚੱਲਦਾ ਰਿਹਾ। ਪੜ੍ਹਾਈ ਪੂਰੀ ਹੋ ਗਈ ਤਾਂ ਦੋਵੇਂ ਘਰ ਹੀ ਬੈਠ ਗਏ। ਗੁਰਤੇਜ ਆਪਣੀ ਨੌਕਰੀ ਵਗੈਰਾ ਲੱਭਣ ਲਈ ਰੁੱਝਿਆ ਰਹਿੰਦਾ ਸੀ ਜਾਂ ਕਦੇ ਆਪਣੇ ਪਾਪਾ ਨਾਲ ਦਫ਼ਤਰ ਵਿੱਚ ਜਾਂਦਾ। ਮਨਰਾਜ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਜਾਂ ਕਦੇ ਆਪਣੀ ਭਾਬੀ ਨਾਲ ਸਿਲਾਈ ਦੇ ਕੰਮ ਵਿੱਚ ਹੱਥ ਵਟਾ ਦਿੰਦੀ। ਗੱਲਾਂ ਵਿੱਚ ਹੀ ਮਨਰਾਜ ਨੇ ਗੁਰਤੇਜ ਬਾਰੇ ਸਾਰੀ ਗੱਲਬਾਤ ਆਪਣੀ ਭਾਬੀ ਨੂੰ ਦੱਸ ਦਿੱਤੀ ਅਤੇ ਭਾਬੀ ਨੇ ਘਰ ਵਿੱਚ ਸਾਰੀ ਗੱਲ ਕਰ ਲਈ। ਭਾਵੇਂ ਕਿ ਮਨਰਾਜ ਨਾਲ ਇਸ ਗੱਲ ਦਾ ਸਭ ਨੇ ਇਤਰਾਜ਼ ਕੀਤਾ, ਪਰ ਹਰ ਵਾਰ ਦੀ ਤਰ੍ਹਾਂ ਮਨਰਾਜ ਦੇ ਪਾਪਾ ਨੇ ਕਿਹਾ ਪਹਿਲਾਂ ਉਹ ਆਪ ਇੱਕ ਵਾਰ ਮੁੰਡੇ ਬਾਰੇ ਬਾਹਰੋਂ ਪਤਾ ਕਰਾਉਣਗੇ। ਜੇ ਉਹਨਾਂ ਨੂੰ ਵੀ ਜੱਚ ਗਿਆ ਤਾਂ ਘਰ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਸ ਵਿਸ਼ੇ ਤੇ ਤਦ ਤੱਕ ਘਰ ਵਿੱਚ ਕੋਈ ਵੀ ਕਿਸੇ ਨਾਲ ਕਿਸੇ ਵੀ ਕਿਸਮ ਦੀ ਗੱਲ ਨਹੀਂ ਕਰੇਗਾ ਅਤੇ ਨਾ ਹੀ ਗੱਲ ਘਰੋਂ ਬਾਹਰ ਜਾਵੇਗੀ। ਲਗਭਗ 1 ਮਹੀਨੇ ਬਾਅਦ ਮਨਰਾਜ ਦੇ ਕਮਰੇ ਵਿੱਚ ਉਸਦੇ ਪਾਪਾ ਨੇ ਉਸਦੇ ਕੋਲ ਆ ਕੇ ਕਿਹਾ, ਮਨਰਾਜ ਬੇਟਾ, ਹਰ ਬਾਪ ਦੀ ਇੱਕ ਖੁਆਇਸ਼ ਹੁੰਦੀ ਹੈ ਕਿ ਇੱਕ ਰਾਜਕੁਮਾਰ ਵਰਗਾ ਲਾੜਾ ਮੇਰੀ ਧੀ ਨੂੰ ਲੈ ਆਵੇ ਜੋ ਮੇਰੇ ਵਾਂਗ ਹੀ ਮੇਰੀ ਧੀ ਨੂੰ ਫੁੱਲਾਂ ਦੀ ਤਰ੍ਹਾਂ ਰੱਖੇ, ਮੇਰੀ ਧੀ ਲੰਮੀਆਂ ਉਮਰਾਂ ਮਾਣੇ ਅਤੇ ਆਪਣੇ ਘਰ ਪਰਿਵਾਰ ਵਿੱਚ ਸਭ ਤੋਂ ਸਿਆਣੀ ਹੋਵੇ, ਉਸਦੀ ਸਿਆਣਪ ਦੋਹੇ ਘਰਾਂ ਵਿੱਚ ਸਲਾਈ ਜਾਵੇ ਅਤੇ ਧੀ ਪਰਿਵਾਰ ਵਾਲੀ ਬਣੇ। ਮਨਰਾਜ ਸਭ ਕੁਝ ਬੜੇ ਧਿਆਨ ਨਾਲ ਸੁਣ ਰਹੀ ਸੀ। ਮਨਰਾਜ ਦੇ ਪਾਪਾ ਨੇ ਅੱਗੋਂ ਬੋਲਣਾ ਸ਼ੁਰੂ ਕੀਤਾ, ਧੀਏ, ਅੱਜ ਤੱਕ ਕੋਈ ਇੱਕ ਵੀ ਤੇਰੀ ਅਜਿਹੀ ਖੁਆਇਸ਼ ਨਹੀਂ ਜੋ ਮੈਂ ਪੂਰੀ ਨਾ ਕੀਤੀ ਹੋਵੇ। ਮੈਨੂੰ ਇਸ ਦੁਨੀਆ ਤੋਂ ਤੇਰੇ ਤੋਂ ਪਿਆਰਾ ਹੋਰ ਕੋਈ ਵੀ ਨਹੀਂ। ਮੇਰੀ ਜ਼ਿੰਦਗੀ ਜਿਉਣ ਦੀ ਵਜ੍ਹਾ ਹੀ ਤੂੰ ਹੈ।
ਪਰ ਜੇ ਮੈਂ ਇਹ ਕਹਿ ਦੇਵਾਂ ਕਿ ਮੈਨੂੰ ਗੁਰਤੇਜ ਪਸੰਦ ਨਹੀਂ ਆਇਆ ਤਾਂ ਤੂੰ ਕੋਈ ਗਲਤ ਸਟੈਪ ਨਾ ਚੁੱਕ ਲਵੀਂ, ਮੈਨੂੰ ਬਹੁਤ ਡਰ ਹੈ। ਮਨਰਾਜ ਇੱਕਦਮ ਉੱਠੀ ਤੇ ਪਾਪਾ ਦਾ ਹੱਥ ਫੜ ਕੇ ਕਹਿਣ ਲੱਗੀ, ਪਾਪਾ ਇਹ ਵੀ ਕੋਈ ਵੱਡੀ ਗੱਲ ਹੈ। ਜੇ ਤੁਹਾਨੂੰ ਗੁਰੀ ਨਹੀਂ ਪਸੰਦ ਤਾਂ ਅੱਜ ਤੋਂ ਬਾਅਦ ਮੈਨੂੰ ਵੀ ਨਹੀਂ ਪਸੰਦ। ਤੁਸੀਂ ਬਚਪਨ ਤੋਂ ਹੁਣ ਤੱਕ ਮੇਰੀ ਹਰ ਜਾਇਜ਼ ਨਾਜਾਇਜ਼ ਮੰਗ ਪ੍ਰਵਾਨ ਕੀਤੀ ਹੈ, ਮੇਰੀ ਹਰ ਵਿਸ਼ ਪੂਰੀ ਕੀਤੀ ਹੈ। ਮੈਂ ਤੁਹਾਡੀ ਇੱਕ ਵੀ ਵਿਸ਼ ਪੂਰੀ ਨਹੀਂ ਕਰ ਸਕਦੀ। ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਹੀ ਵਿਆਹ ਕਰਵਾਵਾਂਗੀ। ਗਲਤ ਸਟੈਪ ਚੁੱਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਾਪਾ ਤੁਸੀਂ ਇਹ ਕਿਵੇਂ ਸੋਚ ਲਿਆ? ਤੁਸੀਂ ਇਹ ਕਦੇ ਵੀ ਸੋਚਣਾ ਨਹੀਂ। ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਮੇਰੀ ਲਾਡਲੀਏ ਧੀਏ। ਜੋ ਲੜਕਾ ਮੈਨੂੰ ਪਸੰਦ ਹੈ ਉਸਦੀ ਫੋਟੋ ਟੇਬਲ ਤੇ ਰੱਖ ਦਿੱਤੀ ਹੈ, ਇੱਕ ਵਾਰ ਦੇਖ ਲਵੀਂ। ਅਸੀਂ ਸਾਰਾ ਪਰਿਵਾਰ ਤੇਰੇ ਜਵਾਬ ਦਾ ਇੰਤਜ਼ਾਰ ਕਰਾਂਗੇ, ਕਹਿ ਕੇ ਮਨਰਾਜ ਦੇ ਪਾਪਾ ਕਮਰੇ ਤੋਂ ਬਾਹਰ ਨਿਕਲ ਗਏ। ਕਿੰਨੀ ਦੇਰ ਮਨਰਾਜ ਬੁੱਤ ਬਣ ਕੇ ਉਸੇ ਥਾਂ ਤੇ ਬੈਠੀ ਰਹੀ ਜਿੱਥੇ ਉਸਦੇ ਪਾਪਾ ਬੈਠੇ ਸਨ। ਹਿੰਮਤ ਜਹੀ ਕਰਦੀ ਨੇ ਦਿਲ ਤੇ ਪੱਥਰ ਰੱਖ ਕੇ ਮਨਰਾਜ ਟੇਬਲ ਦੇ ਕੋਲ ਗਈ ਅਤੇ ਫੋਟੋ ਆਪਣੇ ਹੱਥਾਂ ਵਿੱਚ ਫੜ ਕੇ ਭਿੱਜੀਆਂ ਅੱਖਾਂ ਨਾਲ ਦੇਖੀ ਤਾਂ ਮੰਨੋ ਜਿਵੇਂ ਫੁੱਲਾਂ ਤੇ ਬਹਾਰ ਆ ਗਈ ਹੋਵੇ। ਇਹ ਤਾਂ ਗੁਰਤੇਜ ਦੀ ਹੀ ਫੋਟੋ ਸੀ। ਫੋਟੋ ਹੱਥ ਵਿੱਚ ਫੜੀ ਪਾਪਾ ਚੀਕਦੀ ਹੋਈ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਬਾਹਰ ਮਨਰਾਜ ਦਾ ਸਾਰਾ ਪਰਿਵਾਰ ਅਤੇ ਗੁਰਤੇਜ ਦੇ ਮੰਮੀ ਪਾਪਾ ਉਸਦਾ ਇੰਤਜ਼ਾਰ ਕਰ ਰਹੇ ਸਨ। ਪਰ ਸਭ ਨੂੰ ਅੱਖੋਂ ਪਰੋਖੇ ਕਰਕੇ ਮਨਰਾਜ ਸਿੱਧਾ ਆਪਣੇ ਪਾਪਾ ਦੇ ਗਲ ਲੱਗ ਕੇ ਰੋਣ ਲੱਗ ਪਈ ਤੇ ਲਵ ਯੂ ਪਾਪਾ ਦੀ ਸੁਰ ਅਲਾਪਦੀ ਰਹੀ। ਮਨਰਾਜ ਦੇ ਮੰਮੀ ਨੇ ਉਸਨੂੰ ਪਾਪਾ ਤੋਂ ਖਿੱਚ ਕੇ ਆਪਣੇ ਕਲਾਵੇ ਵਿੱਚ ਲਿਆ ਤੇ ਗੁਰਤੇਜ ਦੀ ਮੰਮੀ ਪਾਪਾ ਦੇ ਪੈਰੀ ਹੱਥ ਲਗਾ ਕੇ ਬੈਠਣ ਨੂੰ ਕਿਹਾ। ਦੋਵੇਂ ਪਰਿਵਾਰ ਖੁਸ਼ੀ ਨਾਲ ਫੁੱਲੇ ਨਾ ਸਮਾ ਰਹੇ ਸਨ। ਸਤੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਦੋਵਾਂ ਦਾ ਰੋਕਾ ਲਗਾਉਣ ਦੀ ਰਸਮ ਦਾ ਐਲਾਨ ਕੀਤਾ ਗਿਆ। ਐਨੇ ਨੂੰ ਮਨਰਾਜ ਦੇ ਫੋਨ ਤੇ ਗੁਰੀ ਦਾ ਮੈਸੇਜ ਆ ਗਿਆ, ਆਈਸਕ੍ਰੀਮ ਕੌਣ? ਤਾਂ ਮਨਰਾਜ ਨੇ ਗੁਰੀ ਦੀ ਜਾਨ ਲਿਖ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਹਿਣ ਲੱਗੀ, ਹੁਣ ਆਈਸਕ੍ਰੀਮ ਵਾਲਾ ਕੰਮ ਖਤਮ। ਹੁਣ ਜਦ ਮਰਜ਼ੀ ਮੈਸੇਜ ਕਰੋ, ਫੋਨ ਕਰੋ ਤੇ ਕੁਝ ਮਹੀਨੇ ਬਾਅਦ ਇਹ ਕੰਮ ਵੀ ਖਤਮ ਹੋ ਜਾਣਾ ਕਿਉਂਕਿ ਮੈਂ ਹਮੇਸ਼ਾ ਲਈ ਤੁਹਾਡੇ ਕੋਲ ਆ ਜਾਣਾ। ਦੋਵੇਂ ਜਾਣੇ ਕਾਫੀ ਲੰਬੇ ਸਮੇਂ ਤੱਕ ਗੱਲ ਕਰਦੇ ਰਹੇ। ਸਤੰਬਰ ਮਹੀਨੇ ਦਾ ਆਖਰੀ ਐਤਵਾਰ ਵੀ ਆ ਗਿਆ। ਦੋਹੇ ਪਰਿਵਾਰਾਂ ਨੇ ਖੂਬ ਤਿਆਰੀ ਕੀਤੀ। ਘਰ ਵਿੱਚ ਪੂਰੀ ਤਰ੍ਹਾਂ ਨਾਲ ਰੌਣਕ, ਖੁਸ਼ੀਆਂ, ਖੇੜਿਆਂ ਦਾ ਮਾਹੌਲ ਬਣਿਆ ਹੋਇਆ ਸੀ। ਮਨਰਾਜ ਅਤੇ ਗੁਰੀ ਵੱਲੋਂ ਆਪਣੇ ਸਾਰੇ ਸਕੂਲ ਕਾਲਜ ਦੇ ਦੋਸਤਾਂ ਨੂੰ ਸੱਦਾ ਪੱਤਰ ਭੇਜੇ ਗਏ ਸਨ। ਸੰਬੰਧਿਤ ਰਿਜ਼ੋਰਟ ਪੂਰੀ ਤਰ੍ਹਾਂ ਸਜਿਆ ਹੋਇਆ ਸੀ। ਮਨਰਾਜ ਨੇ ਗੁਰੀ ਨੂੰ ਫੋਨ ਕੀਤਾ ਅਤੇ ਕਿਹਾ, ਜਦੋਂ ਹੀ ਤੁਸੀਂ ਰਿਜ਼ੋਰਟ ਦੇ ਬਾਹਰ ਆਓਗੇ ਤਾਂ ਅੱਜ ਇੱਕ ਆਖਰੀ ਵਾਰ ਆਈਸਕ੍ਰੀਮ ਕੌਣ ਦਾ ਮੈਸੇਜ ਕਰਨਾ। ਮੈਂ ਰਿਜ਼ੋਰਟ ਵਿੱਚ ਲੱਗੀਆਂ ਵੱਡੀਆਂ ਟੀਵੀ ਸਕਰੀਨਾਂ ਤੇ ਕੈਮਰੇ ਰਾਹੀਂ ਸਭ ਨੂੰ ਤੁਹਾਡਾ ਮੈਸੇਜ ਦਿਖਾਉਣਾ ਤੇ ਮਾਈਕ ਤੇ ਬੋਲ ਕੇ ਕਹਿਣਾ, ਗੁਰੀ ਦੀ ਜਾਨ। ਗੁਰਤੇਜ ਕਹਿਣ ਲੱਗਾ ਕਿ ਤੂੰ ਛੋਟੀ ਬੱਚੀ ਹੈ, ਲੋਕ ਕੀ ਕਹਿਣਗੇ? ਤਾਂ ਮਨਰਾਜ ਕਹਿਣ ਲੱਗੀ, ਮੈਨੂੰ ਨਹੀਂ ਪਤਾ, ਬਸ ਮੇਰੀ ਵਿਸ਼ ਹੈ ਮੈਂ ਸਭ ਨੂੰ ਦੱਸਾਂ। ਮੈਂ ਇਸ ਮੈਮਰੀ ਨੂੰ ਹਮੇਸ਼ਾ ਯਾਦ ਰੱਖਾਂਗੀ ਤੇ ਤੁਸੀਂ ਵੀ ਤੇ ਸਾਰੇ ਰਿਸ਼ਤੇਦਾਰ ਵੀ। ਤਾਂ ਗੁਰਤੇਜ ਮੰਨ ਗਿਆ। ਮਨਰਾਜ ਸਟੇਜ ਦੇ ਕੋਲ ਬੈਠੀ ਸੀ। ਮੋਬਾਈਲ ਤੇ ਪਹਿਲਾਂ ਹੀ ਗੁਰੀ ਦੀ ਜਾਨ ਟਾਈਪ ਕਰਕੇ ਰੱਖ ਲਿਆ। ਕੈਮਰੇ ਮਨਰਾਜ ਵੱਲ ਸੀ। ਮਹਿਮਾਨਾਂ ਦੇ ਆਉਣ ਦਾ ਸਮਾਂ ਹੋ ਰਿਹਾ ਸੀ। ਮਨਰਾਜ ਦੇ ਹੱਥ ਪੈਰ ਠੰਡੇ ਹੋ ਰਹੇ ਸਨ। ਇੰਨਾ ਚਾਅ ਸੀ ਕਿ ਉਸ ਨੂੰ ਆਪਣੇ ਹਾਵ ਭਾਵ ਪ੍ਰਗਟ ਕਿਵੇਂ ਕਰੇ ਸਮਝ ਨਹੀਂ ਆ ਰਿਹਾ ਸੀ। ਮੋਬਾਈਲ ਫੋਨ ਤੇ ਆਉਣ ਵਾਲੇ ਸੁਨੇਹੇ ਵਿੱਚ ਜਿਵੇਂ ਉਸਦੀ ਜਾਨ ਫਸੀ ਪਈ ਸੀ। ਇੱਕ ਸੈਕਿੰਡ ਘੰਟਿਆਂ ਵਰਗਾ ਲੱਗ ਰਿਹਾ ਸੀ। ਹੋਰ ਇੰਤਜ਼ਾਰ ਕਰਨ ਦੀ ਹਿੰਮਤ ਨਹੀਂ ਸੀ ਤਾਂ ਮਨਰਾਜ ਨੇ ਫਟਾਫਟ ਆਪਣੇ ਫੋਨ ਤੋਂ ਗੁਰਤੇਜ ਨੂੰ ਕਾਲ ਕੀਤੀ ਅਤੇ ਅੱਗੋਂ ਉਸਦਾ ਫੋਨ ਸਵਿਚ ਆਫ ਆ ਰਿਹਾ ਸੀ। ਸਭ ਪਰੇਸ਼ਾਨ ਸਨ ਅਤੇ ਆਉਣ ਵਾਲੇ ਇਨ੍ਹਾਂ ਮੁੱਖ ਮਹਿਮਾਨਾਂ ਦੀ ਇਸ ਲੇਟ ਲਤੀਫੀ ਲਈ ਘੁਸਰ ਮੁਸਰ ਸ਼ੁਰੂ ਹੋ ਚੁੱਕੀ ਸੀ। ਐਨੇ ਨੂੰ ਮਨਰਾਜ ਦੇ ਪਾਪਾ ਦੇ ਫੋਨ ਤੇ ਕਿਸੇ ਦਾ ਫੋਨ ਆਇਆ ਕਿ ਗੁਰਤੇਜ ਦੇ ਪਰਿਵਾਰ ਦੀ ਗੱਡੀ ਰਸਤੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਗੱਡੀ ਵਿੱਚ ਸਵਾਰ ਕੋਈ ਵੀ ਵਿਅਕਤੀ ਨਹੀਂ ਬਚ ਸਕਿਆ। ਮਨਰਾਜ ਦੀਆਂ ਪੱਥਰੋਈਆਂ ਅੱਖਾਂ ਵਿੱਚ ਵਗਦੇ ਹੰਝੂ ਮੋਬਾਈਲ ਦੀ ਸਕਰੀਨ ਤੇ ਆਈਸਕ੍ਰੀਮ ਕੌਣ ਦਾ ਸੁਨੇਹਾ ਉਡੀਕ ਰਹੇ ਸਨ। ਅੱਜ ਲਈ ਬਸ ਇੰਨਾ ਹੀ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।